गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश बख्शिश कर रहे, सानू समझाउंदे भी जदों असीं परमात्मा दा सिमरन करदे मन नूं कहंदे भी तू सिमरन कर करके तू आनंद ले सुख ले, ते जे तू सिमरन करेगा परमात्मा तेरी पूर्ण तौर पर इज्जत तेरी पत रख लेगा, वो तेनों बेइज्जत नहीं होण देगा। मारे फरमाउंदे हर सिमर सिमर आनंद कर नानक पूरन पैज रखाई। बई जदों असी सिमरन करांगे साडा मन आनंद अवस्था विच आएगा, इनू सुख मिलेगा, ते साडी पूर्ण तौर पर मालक ने पैज भी रख लेने, साडी इज्जत भी रख लेनी। हुण इसलिए फिर बेनतियां अकाल पुरख नूं जोदड़ियां
ਵੀ ਸਾਡੇ 'ਤੇ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ, ਸਾਡੀ ਇੱਜ਼ਤ ਪੱਤ ਰੱਖ। ਫਰਮਾਉਂਦੇ ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਬਈ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਸਾਡੀ ਹੁਣ ਇੱਜ਼ਤ ਪੱਤ ਰੱਖ। ਸ਼ਰਨ ਦੇ ਵਿੱਚ ਪਿਆਉਂਦੀ ਉਹ ਇੱਜ਼ਤ ਰੱਖ। ਹੁਣ ਸਾਡਾ ਮਨ ਸ਼ਰਨ ਦੇ ਵਿੱਚ ਆਏ ਕਿਵੇਂ ਅਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਈਏ। ਸ਼ਰਨ ਦੇ ਵਿੱਚ ਜਾਣ ਵਾਸਤੇ ਸਾਨੂੰ ਫਿਰ ਸਿਮਰਨ ਕਰਨਾ ਪੈਂਦਾ। ਜਦੋਂ ਅਸੀਂ ਮਨ ਨੂੰ ਬਿਲਕੁਲ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰ ਲੈਂਦੇ ਹਾਂ, ਫਿਰ ਸਾਡਾ ਮਨ ਸ਼ਰਨ ਦੇ ਵਿੱਚ ਬੈਠਦਾ। ਇਹ ਵਿਚਾਰ ਹੀ ਸਾਨੂੰ ਸ਼ਰਨ ਦੇ ਵਿੱਚ ਬੈਠਣ ਨਹੀਂ ਦਿੰਦੇ। ਜਦੋਂ ਹੁਣ ਅਸੀਂ ਇਹਨਾਂ ਵਿਚਾਰਾਂ ਨੂੰ ਮਾਰ ਲਾਂਗੇ, ਵਿਚਾਰਾਂ ਤੋਂ ਸਾਡਾ ਮਨ ਰਹਿਤ ਹੋ ਜਾਏਗਾ, ਫਿਰ ਅਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਜਾ, ਅਤੇ ਸ਼ਰਨ ਦੇ ਵਿੱਚ ਪਿਆਉਂਦੀ ਉਹ ਇੱਜ਼ਤ ਰੱਖਦੇ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਮਾਲਕ ਦੀ ਸ਼ਰਨ ਦੇ ਵਿੱਚ ਆਓ। ਸ਼ਰਨ ਦੇ ਵਿੱਚ ਜਾਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਣੀ ਮੱਤ ਦੁਆਰਾ ਅਸੀਂ ਸ਼ਰਨ ਦੇ ਵਿੱਚ ਨਹੀਂ ਜਾ ਸਕਦੇ। ਬੇਸ਼ੱਕ ਅਸੀਂ ਤਨ ਕਰਕੇ ਤਾਂ ਗੁਰੂ ਘਰ ਆ ਵੀ ਜਾਵਾਂਗੇ, ਧਨ ਕਰਕੇ ਜੀਵ ਮੱਥਾ ਵੀ ਟੇਕ ਦਿੰਦਾ, ਸੀਸ ਵੀ ਝੁਕਾ ਦਿੰਦਾ, ਪਰ ਇਹਦੇ ਨਾਲ ਮਨ ਨਹੀਂ ਝੁਕਦਾ। ਇਹ ਤਨ ਦੇ ਝੁਕਣ ਦੇ ਨਾਲ ਮਨ ਨਹੀਂ ਨੀਵਾਂ ਹੁੰਦਾ। ਇਹ ਤਨ ਦੇ ਸ਼ਰਨ ਦੇ ਵਿੱਚ ਆਉਣ ਦੇ ਨਾਲ ਮਨ ਨਹੀਂ ਸ਼ਰਨ ਦੇ ਵਿੱਚ ਆਉਂਦਾ। ਮਨ ਵਿਚਾਰਾਂ 'ਚ ਫੁਰਨਿਆਂ 'ਚ ਹੀ ਭੱਜਿਆ ਫਿਰਦਾ। ਹੁਣ ਤਾਂ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਸੁੱਖ ਦੁੱਖ ਹੈ ਜਿਹੜਾ ਉਹ ਮਨ ਕਰਕੇ ਅਸੀਂ ਦੁਖੀ ਹਾਂ। ਦੁੱਖ ਦਾ ਕਾਰਨ ਹੈ ਵਿਚਾਰ, ਫੁਰਨੇ। ਇਹ ਵਿਚਾਰਾਂ ਦੇ ਵਿੱਚ ਸਾਡਾ ਮਨ ਦੁਖੀ ਹੋ ਰਿਹਾ, ਅਤੇ ਇਹਨਾਂ ਵਿਚਾਰਾਂ ਨੂੰ ਹੀ ਕੂੜ ਦੀ ਬਾਲ ਕਹਿੰਦੇ। ਜੋ ਮਹਾਰਾਜ ਸਾਨੂੰ ਰੋਜ਼ ਫਰਮਾਉਂਦੇ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਬਈ ਅਸੀਂ ਕਿਵੇਂ ਸਚਿਆਰ ਹੋਈਏ ਅਤੇ ਕੂੜ ਦੀ ਪਾਲ ਜਿਹੜੀ ਸਾਡੇ ਅਤੇ ਮਾਲਕ ਦੇ ਦਰਮਿਆਨ ਖੜੀ ਹੈ, ਇਹ ਹੁਣ ਕਿਵੇਂ ਟੁੱਟੇ, ਤਾਂ ਕਿ ਅਸੀਂ ਮਾਲਕ ਦੀ ਸ਼ਰਨ ਦੇ ਵਿੱਚ ਚਲੇ ਜਾਈਏ। ਹੁਣ ਇਹਨੂੰ ਤੋੜਨ ਵਾਸਤੇ ਫਿਰ ਇਹ ਗੁਰੂ ਦਾ ਸ਼ਬਦ ਹੈ ਜਿਹੜਾ, ਇਹ ਬਾਣ। ਜਦੋਂ ਅਸੀਂ ਇਹ ਬਾਣ ਮਾਰਾਂਗੇ, ਸਿਮਰਨ ਕਰਾਂਗੇ, ਫਿਰ ਇਹ ਦੀਵਾਰ ਟੁੱਟੇਗੀ। ਜਦੋਂ ਇਹ ਦੀਵਾਰ ਟੁੱਟ ਗਈ ਅਤੇ ਅਸੀਂ ਸ਼ਰਨ ਵਿੱਚ ਚਲੇ ਗਏ, ਸਾਡੇ ਮਨ ਦਾ ਵਸ ਨਿੱਜ ਘਰ ਵਿੱਚ ਹੋ ਜਾਣ। ਫਿਰ ਘਰ ਦੇ ਵਿੱਚ ਜਿਹਨੂੰ ਸਹਿਜ ਘਰ ਵੀ ਕਿਹਾ ਹੈ, ਜਿਹਨੂੰ ਹਰੀ ਦਾ ਮੰਦਰ ਵੀ ਕਿਹਾ, ਸਾਡੇ ਮਨ ਦਾ ਵਸ ਫਿਰ ਸ਼ਿਵ ਘਰ ਵਿੱਚ। ਮਹਾਰਾਜ ਫਰਮਾਉਂਦੇ, ਗੁਰ ਕੇ ਬਾਣ ਵਜਰ ਕਲ ਛੇਦੀ, ਪੜ ਘਟਿਆ ਪਦ ਪਰਗਾਸਾ, ਸਾਕਤ ਅੰਧੇਰ ਜੀਵੜੀ ਭਰਮ ਚੂਕਾ, ਨਿਸ਼ਚਲ ਸ਼ਿਵ ਘਰ ਵਾਸਾ। ਸਾਡੇ ਮਨ ਦਾ ਵਸ ਨਿਸ਼ਚਲ ਸ਼ਿਵ ਘਰ ਹੋ ਜਾਏਗਾ ਜੇ ਹੁਣ ਅਸੀਂ ਇਹ ਦੀਵਾਰ ਨੂੰ ਤੋੜ ਦਈਏ। ਹੁਣ ਇਹ ਦੀਵਾਰ ਨੂੰ ਫਿਰ ਤੋੜਨ ਵਾਸਤੇ ਹੀ ਇਹ ਆਪਾਂ ਸਿਮਰਨ ਕਰਦੇ ਹਾਂ, ਅਤੇ ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦਿੰਦੇ ਹਾਂ, ਗਿਆਨ ਦਿੰਦੇ, ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਘਰ ਆ ਜਾਵੇ, ਨਿੱਜ ਮਹਿਲ ਦੇ ਵਿੱਚ ਆ ਜਾਵੇ, ਜਿਹਦੇ ਬਾਹਰੋਂ ਅਸੀਂ ਪੜ੍ਹਦੇ ਰੋਜ਼ ਹਾਂ ਅਤੇ ਸਤਿਗੁਰੂ ਸਾਨੂੰ ਰੋਜ਼ ਬੁਲਾਉਂਦੇ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਕੋ ਫੇਰਾ। ਵੀ ਸਾਡਾ ਜਨਮ ਮਰਨ ਦਾ ਗੇੜ ਮੁੱਕ ਜਾਣਾ ਜੇ ਅਸੀਂ ਨਿੱਜ ਮਹਿਲ 'ਚ ਚਲੇ ਜਾਈਏ।
ਦੁਬਾਰਾ ਸਾਡਾ ਫੇਰਾ ਨਹੀਂ ਹੋਏਗਾ, ਸਾਨੂੰ ਫੇਰ ਨਹੀਂ ਭੇਜਣਗੇ। ਹੁਣ ਇਹ ਨਿੱਜ ਮਹਿਲ ਵਿੱਚ ਜਾਣ ਵਾਸਤੇ ਫਿਰ ਆਪਾਂ ਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਦੀ ਮੱਤ ਦੁਆਰਾ ਅਸੀਂ ਜਾ ਨਹੀਂ ਸਕਦੇ, ਆਪਣੀ ਮੱਤ ਦੁਆਰਾ ਅਸੀਂ ਘਰ ਬੈਠ ਨਹੀਂ ਸਕਦੇ, ਸਾਨੂੰ ਘਰ ਦਾ ਭੇਤ ਹੀ ਨਹੀਂ ਆਉਣਾ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਗੁਰੂ ਦੀ ਮੱਤ ਲਵੋ ਅਤੇ ਤੁਸੀਂ ਆਪਣੇ ਘਰ ਆਵੋ ਵਾਪਸ। ਘਰ ਜਾਣ ਵਾਸਤੇ ਕਹਿੰਦੇ ਸਿਮਰਨ ਕਰੋ, ਅਤੇ ਸਿਮਰਨ ਕਰਕੇ ਮਾਲਕ ਦੀ ਸ਼ਰਨ ਦੇ ਵਿੱਚ ਅੱਜ ਜਦੋਂ ਆ ਜਾਵਾਂਗੇ ਮਾਲਕ ਦੀ ਸ਼ਰਨ ਦੇ ਵਿੱਚ, ਫਿਰ ਸਾਡਾ ਮਨ ਸੁਖੀ ਹੋ ਜਾਏਗਾ ਅਤੇ ਮਾਲਕ ਸਾਡੀ ਇੱਜ਼ਤ ਪੱਤ ਵੀ ਰੱਖ ਲਏਗਾ। ਸਾਨੂੰ ਬੇਪੱਤ, ਸਾਨੂੰ ਬੇਇੱਜ਼ਤ ਨਹੀਂ ਹੋਣ ਦੇਗਾ। ਨਹੀਂ ਤਾਂ ਜਿਹੜੇ ਜੀਵ ਪਰਮਾਤਮਾ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਫਿਰ ਉਹਨਾਂ ਨੂੰ ਬੇਪੱਤ ਹੋਣਾ ਪੈਂਦਾ, ਉਹਨਾਂ ਨੂੰ ਬੇਇੱਜ਼ਤ ਹੋਣਾ ਪੈਂਦਾ। ਜਮ ਨੇ ਜਿਹੜੇ ਉਹ ਫਿਰ ਬੇਪੱਤ ਕਰ ਦਿੰਦੇ, ਬੇਇੱਜ਼ਤ ਕਰਦੇ। ਜਦੋਂ ਜੀਵ ਨੂੰ ਇੱਥੋਂ ਲੈ ਕੇ ਜਾਂਦੇ, ਨੰਗਾ ਕਰਕੇ, ਕੁੱਟਦੇ, ਮਾਰਦੇ, ਤਸ਼ੱਦਦ ਕਰਕੇ ਲੈ ਕੇ ਜਾਂਦੇ। ਇਸ ਸੰਸਾਰ ਦੇ ਵਿੱਚ ਤਾਂ ਮਨਮੁਖ ਦੇ ਉੱਤੇ ਬਹੁਤ ਰੰਗ ਚੜ੍ਹੇ ਹੁੰਦੇ ਮਾਇਆ ਦੇ। ਕਿਸੇ 'ਤੇ ਰਾਜ ਦਾ ਰੰਗ, ਕਿਸੇ 'ਤੇ ਮਾਲ ਦਾ ਰੰਗ, ਵੀ ਮੇਰੇ ਕੋਲ ਧਨ ਦੌਲਤ ਬੜੀ, ਮੇਰੇ ਕੋਲ ਜ਼ਮੀਨ ਜਾਇਦਾਦ ਬੜੀ। ਹੁਣ ਜਦੋਂ ਫਿਰ ਇੱਥੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਇਹ ਸਾਰੇ ਰੰਗ ਉਤਰ ਜਾਂਦੇ ਅਤੇ ਮਨ ਨੂੰ ਨੰਗਾ ਕਰ ਲੈਂਦੇ। ਨਾਮ ਤੋਂ ਬਿਨਾਂ ਫਿਰ ਇਹਨੂੰ ਬੇਇੱਜ਼ਤ, ਬੇਪੱਤ ਕਰਕੇ ਲੈ ਕੇ ਜਾਂਦੇ। ਮਹਾਰਾਜ ਫਰਮਾਉਂਦੇ ਰਾਜ ਰੰਗ, ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਈ, ਬਿਨ ਨਾਮੇ ਪੱਤ ਗਿਆ ਗਵਾਈ। ਵੀ ਨਾਮ ਤੋਂ ਬਿਨਾਂ ਇਹਦੀ ਪੱਤ ਰਹਿੰਦੀ ਕੋਈ ਨਹੀਂ, ਇਹਦੀ ਇੱਜ਼ਤ ਰਹਿੰਦੀ ਕੋਈ ਨਹੀਂ, ਇਹਨੂੰ ਬੇਇੱਜ਼ਤ ਕਰ ਦਿੰਦੇ। ਹੁਣ ਜੇ ਅਸੀਂ ਮਾਲਕ ਦੀ ਸ਼ਰਨ 'ਚ ਚਲੇ ਜਾਵਾਂਗੇ ਤਾਂ ਸਾਨੂੰ ਨੰਗਾ ਨਹੀਂ ਕੀਤਾ ਜਾਏਗਾ, ਸਾਨੂੰ ਬੇਪੱਤ ਨਹੀਂ ਕੀਤਾ ਜਾਏਗਾ। ਫਿਰ ਨਾਮ ਹੀ ਸਾਡੇ ਮਨ ਦੇ ਉੱਤੇ ਕੱਪੜਾ ਜਿਹੜਾ ਪੈ ਜਾਂਦਾ, ਸਿਫਤ-ਸਲਾਤ, ਜਿਹਦੇ ਕਰਕੇ ਫਿਰ ਸਾਨੂੰ ਨੰਗੇ ਨਹੀਂ ਹੋਣਾ ਪੈਂਦਾ ਅਤੇ ਹੋਰ ਪਹਿਨਣ ਦੀ ਸਾਡੀ ਜਿਹੜੀ ਇੱਛਾ ਉਹ ਖਤਮ ਹੋ ਜਾਂਦੀ। ਮਹਾਰਾਜ ਤਾਈਆਂ ਫਰਮਾਉਂਦੇ ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋ ਗਈ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਵੀ ਗੁਰਮੁਖਾਂ ਦਾ ਜਿਹੜਾ ਪਹਿਨਣਾ ਉਹ ਹੈ ਨਾਮ। ਉਹ ਨਾਮ ਦਾ ਸਿਵਸਲਾ ਦਾ ਕੱਪੜਾ ਪਾਉਂਦੇ ਅਤੇ ਉਹਨਾਂ ਦਾ ਫਿਰ ਹੋਰ ਪਹਿਨਣ ਦੀ ਕੋਈ ਇੱਛਾ ਨਹੀਂ ਰਹਿੰਦੀ ਅਤੇ ਉਹਨਾਂ ਨੂੰ ਨੰਗਾ ਨਹੀਂ ਹੋਣਾ ਪੈਂਦਾ, ਉਹਨਾਂ ਨੂੰ ਬੇਇੱਜ਼ਤ ਨਹੀਂ ਹੋਣਾ ਪੈਂਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਨੇ ਤੇਰੇ ਨਾਮ ਨੂੰ ਆਪਣਾ ਆਧਾਰ ਆਸਰਾ ਨਹੀਂ ਬਣਾਏ, ਫਿਰ ਉਹਨਾਂ ਨੂੰ ਜਮ ਨੇ ਜਿਹੜੇ ਉਹ ਬੇਇੱਜ਼ਤ ਕਰਦੇ, ਬੇਪੱਤ ਕਰਦੇ ਅਤੇ ਬੇਇੱਜ਼ਤ ਕਰਕੇ ਲੈ ਕੇ ਜਾਂਦੇ। ਨਾਮ ਤੋਂ ਬਿਨਾਂ ਫਿਰ ਉਹਨਾਂ ਦਾ ਨੱਕ ਵੱਢਿਆ ਜਾਂਦਾ। ਜਿਵੇਂ ਇਸ ਸੰਸਾਰ ਦੇ ਵਿੱਚ ਜੀਵ ਕਹਿੰਦਾ ਹੈ ਨਾ ਵੀ ਮੇਰਾ ਨੱਕ ਨਹੀਂ ਰਹਿੰਦਾ ਜੀ, ਜੇ ਮੈਂ ਆਹ ਕੰਮ ਨਹੀਂ ਕਰਦਾ ਮੇਰੀ ਇੱਜ਼ਤ ਨਹੀਂ ਰਹਿੰਦੀ, ਜੇ ਮੇਰੇ ਕੋਲ ਸੰਸਾਰੀ ਧਨ ਨਹੀਂ ਅਤੇ ਮੇਰੀ ਇੱਜ਼ਤ ਨਹੀਂ। ਹੁਣ ਇਸੇ ਤਰ੍ਹਾਂ ਹੀ ਜੇ ਮਨ ਕੋਲ ਸਾਡੇ ਨਾਮ ਧਨ ਨਹੀਂ ਹੋਏਗਾ ਅਤੇ ਮਨ ਨੂੰ ਬੇਇੱਜ਼ਤ ਕੀਤਾ ਜਾਏਗਾ। ਤਾਈਆਂ ਮਹਾਰਾਜ ਕਹਿੰਦੇ ਨਾਮਹੀਣ ਫਿਰ ਇਸੇ ਨਕਟੇ, ਤਿੰਨ ਘਸ ਘਸ ਨੱਕ ਵਢਾਏ। ਵੀ ਜਿਹੜੇ ਨਾਮ ਤੋਂ ਹੀਣੇ ਨੇ ਉਹਨਾਂ ਦੇ ਨੱਕ ਵੱਢੇ ਹੋਏ ਨੇ, ਉਹ ਬੇਇੱਜ਼ਤੀ ਨੇ, ਉਹਨਾਂ ਦੀ ਕੋਈ ਇੱਜ਼ਤ ਨਹੀਂ, ਉਹਨਾਂ ਦੀ ਕੋਈ ਪੱਤ ਨਹੀਂ। ਅਤੇ ਇਸ ਵਾਸਤੇ ਕਹਿੰਦੇ ਫਿਰ ਜੇ ਤੁਸੀਂ ਇੱਜ਼ਤ ਚਾਹੁੰਦੇ ਹੋ ਤਾਂ ਫਿਰ ਤੁਸੀਂ ਨਾਮ ਦੇ ਨਾਲ ਜੁੜੋ, ਨਾਮ ਨੂੰ ਆਪਣਾ ਆਧਾਰ ਆਸਰਾ ਬਣਾਓ। ਸੋ ਜਿਨ੍ਹਾਂ ਗੁਰਮੁਖਾਂ ਨੇ ਫਿਰ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਿਆ,
ਉਹਨਾਂ ਦੇ ਮਨ ਦੀ ਜਿਹੜੀ ਭੁੱਖ ਸੀ ਉਹ ਭੁੱਖ ਖਤਮ ਹੋ ਗਈ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ। ਤਾਂਹੀਓ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਫਰਮਾਉਂਦੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਵੀ ਜਿਨ੍ਹਾਂ ਦਾ ਆਧਾਰ ਆਸਰਾ ਨਾਮ ਹੈ, ਉਹਨਾਂ ਦੇ ਮਨ ਦੀ ਭੁੱਖ ਮਿਟ ਗਈ। ਨਹੀਂ ਤਾਂ ਸੰਸਾਰ ਦੇ ਵਿੱਚ ਜੀਵ ਦੀ ਇਹ ਭੁੱਖ ਮਿਟਦੀ ਨਹੀਂ। ਜਿਹੜਾ ਮਨ ਉਹ ਭੁੱਖਾ ਰੱਜਦਾ ਨਹੀਂ, ਉਹ ਜਿੰਨਾ ਮਰਜ਼ੀ ਸੰਸਾਰ ਦਾ ਦੁਨਿਆਵੀ ਇਕੱਠਾ ਕਰ ਲਏ। ਤਾਈਓ ਮਹਾਰਾਜ ਫਰਮਾਉਂਦੇ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੂਰੀਆਂ ਭਾਰ। ਵੀ ਇੱਕ ਤਾਂ ਸੰਸਾਰ ਦਾ ਹੈ ਵੀ ਜਿੰਨਾ ਮਰਜ਼ੀ ਜੀਵ ਇਕੱਠਾ ਕਰੀ ਜਾਵੇ, ਉਹ ਭੁੱਖੇ ਦੀ ਭੁੱਖ ਨਹੀਂ ਉਤਰਦੀ। ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਆਧਾਰ ਬਣਾ ਲਿਆ, ਉਹਨਾਂ ਦੀ ਭੁੱਖ ਰਹੀ ਕੋਈ ਨਹੀਂ। ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ, ਉਹਨਾਂ ਦਾ ਮਨ ਰੱਜ ਗਿਆ। ਸਤਿਗੁਰੂ ਕਹਿੰਦੇ, ਜਿਨ੍ਹਾਂ ਨੂੰ ਫਿਰ ਇਹ ਨਾਮ ਜਿਹੜਾ ਨਿਧਾਨ ਖਜ਼ਾਨੇ ਦੀ ਪ੍ਰਾਪਤੀ ਹੋ ਗਈ, ਉਹਨਾਂ ਦੇ ਮਨ ਨੂੰ ਸਬਰ ਆ ਜਾਂਦਾ, ਸੰਤੋਖ ਆ ਜਾਂਦਾ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ। ਫਰਮਾਉਂਦੇ ਨੇ, ਨਾਮ ਰਤਨ ਜਨ ਪਾਇਆ ਦਾਨ, ਤਿਸ ਜਨ ਹੋਈ ਸਗਲ ਨਿਦਾਨ। ਸੰਤੋਖ ਆਇਆ ਮਨ ਪੂਰਾ ਪਾਈ, ਫਿਰ ਮੰਗਣ ਕਾਹੀ ਜਾਈ। ਉਹਨਾਂ ਦੇ ਮਨ ਨੂੰ ਸਬਰ ਆ ਗਿਆ, ਸੰਤੋਖ ਆ ਗਿਆ। ਫਿਰ ਉਹ ਆ ਸੰਸਾਰੀ ਵਸਤੂਆਂ ਪਿੱਛੇ ਨਹੀਂ ਭੱਜੇ ਫਿਰਦੇ ਦਿਨ ਰਾਤ, ਫਿਰ ਉਹ ਮੰਗਦੇ ਨਹੀਂ ਫਿਰਦੇ। ਮਹਾਰਾਜ ਤਾਈਓ ਕਹਿੰਦੇ, ਜਿਹੜੇ ਫਿਰ ਨਾਮ ਦੇ ਨਾਲ ਜੁੜੇ ਹੋਏ, ਜਿਹੜੇ ਸੱਚ ਦੇ ਨਾਲ ਨਿਰੰਕਾਰ ਦੇ ਨਾਲ ਜੁੜੇ ਹੋਏ, ਉਹ ਫਿਰ ਦਰ ਦਰ ਮੰਗਦੇ ਨਹੀਂ ਫਿਰਦੇ। ਨਿਰੰਕਾਰ ਜੋ ਰਹੇ ਸਮਾਈ, ਭਿਖਿਆ ਮੰਗਣ ਕਾਹੀ ਜਾਈ। ਉਹ ਫਿਰ ਦਰ ਦਰ ਟੋਕੜੀ ਮੰਗਦੇ ਫਿਰਦੇ, ਜਿਨ੍ਹਾਂ ਨੇ ਆਧਾਰ ਆਸਰਾ ਨਾਮ ਨੂੰ ਬਣਾ ਲਈ, ਜਿਨ੍ਹਾਂ ਦਾ ਮਾਲਕ ਨਿਰੰਕਾਰ 'ਤੇ ਭਰੋਸਾ ਹੈ, ਜਿਨ੍ਹਾਂ ਨੇ ਮਾਲਕ ਨੂੰ ਆਪਣਾ ਆਸਰਾ ਬਣਾਏ। ਮਹਾਰਾਜ ਤਾਈਓ ਫਿਰ ਉਹਨਾਂ ਪਰਥਾਈ ਕਹਿੰਦੇ ਵੀ ਉਹਨਾਂ ਦੇ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ। ਮੰਗੇ ਟੋਕਾ ਤ੍ਰਿਪਤ ਨਾ ਪਾਵੇ, ਨਾਥ ਛੋੜ ਜਾਚੇ ਲਾਜ ਨਾ ਆਵੇ। ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਲੱਜਾ ਨਹੀਂ ਆਉਂਦੀ, ਵੀ ਸ਼ਰਮ ਨਹੀਂ ਆਉਂਦੀ ਵੀ ਮਾਲਕ ਨੂੰ ਛੱਡ ਕੇ ਤੁਸੀਂ ਹੋਰਾਂ ਤੋਂ ਮੰਗਦੇ। ਸੋ ਇਸ ਵਾਸਤੇ ਫਿਰ ਸਮਝਾਉਂਦੇ ਵੀ ਜਿਨ੍ਹਾਂ ਨੇ ਮਾਲਕ ਨੂੰ ਆਪਣਾ ਆਸਰਾ ਬਣਾਇਆ, ਨਾਮ ਨੂੰ ਆਪਣਾ ਆਧਾਰ ਬਣਾਇਆ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ। ਉਹਨਾਂ ਦਾ ਜਿਹੜਾ ਮਨ ਹੈ, ਉਹ ਮਨ ਰੱਜ ਜਾਂਦਾ। ਤਾਂ ਮਹਾਰਾਜ ਕਹਿੰਦੇ ਬਈ ਉਹਨਾਂ ਦਾ ਮਨ ਰੱਜਿਆ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾਇਆ। ਫਿਰ ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ, ਉਹਨਾਂ ਦੇ ਮਨ ਨੂੰ ਸਬਰ ਆ ਗਿਆ, ਸੰਤੋਖ ਆ ਗਿਆ। ਨਹੀਂ ਤਾਂ ਫਿਰ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਹੋਰ ਆਸਰੇ ਬਣਾਏ, ਹੋਰਾਂ 'ਤੇ ਆਪਣੀਆਂ ਟੀਕਾਂ ਰੱਖੀਆਂ, ਆਸਰੇ ਰੱਖੇ, ਉਹਨਾਂ ਦੇ ਉਹ ਆਸਰੇ ਝੂਠੇ ਹੀ ਨਿਕਲੇ। ਮਹਾਰਾਜ ਤਾਈਓ ਫਰਮਾਉਂਦੇ, ਮਾਨਕ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਵੀ ਜੇ ਅਸੀਂ ਕਿਸੇ ਮਾਨਸ 'ਤੇ ਟੇਕ ਲਾ ਕੇ ਰੱਖੀ ਵੀ ਸਾਨੂੰ ਉਹ ਸੁੱਖ ਦੇਣਗੇ, ਸਾਡੀਆਂ ਮੰਗਾਂ ਉਹ ਪੂਰੀਆਂ ਕਰਨਗੇ, ਤੇ ਮਹਾਰਾਜ ਕਹਿੰਦੇ ਉਹ ਝੂਠੀ ਟੇਕ। ਕਿਉਂਕਿ ਦੇਣ ਵਾਲਾ ਇੱਕੋ ਭਗਵਾਨ ਹੀ ਹੈ, ਪਰਮਾਤਮਾ। ਹੁਣ ਜੀਵ ਸੁੱਖ ਭਾਲਦਾ ਵੀ ਮੈਨੂੰ ਸੁੱਖ ਮਿਲੇਗਾ, ਸਾਡਾ ਪਰਿਵਾਰ, ਮੇਰੇ ਬੱਚੇ ਉਹ ਮੈਨੂੰ ਸੁੱਖ ਦੇਣਗੇ। ਇਸੇ ਆਸ ਦੇ ਵਿੱਚ ਹੀ ਜੀਵ ਬੱਚਿਆਂ ਦੀ ਪਰਵਰਿਸ਼ ਕਰਦਾ, ਉਹਨਾਂ ਤੋਂ ਆਸਾਂ ਰੱਖਦਾ ਵੀ ਵੱਡੇ ਹੋ ਕੇ
सानू ये सुख देणगे। हुण महाराज सच्चे पातशाह कहते भी ये आसां साडियां झूठियां, क्योंकि सुख है जिहड़ा सुख देण वाला तो इको मालक ही है। जे असीं सिमरन करांगे तो असीं सुखी हो जाएंगे, नहीं तो असीं सुखी हो नहीं सकते। ये संसार दे विच होर कोई जीव किसी नूं सुख दे नहीं सकता। सुख है जिहड़ा सुखां दा दाता वो सिर्फ इको मालक ही है, परमात्मा। जे असीं उहनूं धिआवांगे तो असीं सुखी होवांगे, नहीं तो सुखी हो नहीं सकते। जिन्हां तो असीं सुख की आस रखते हैं वो साडियां आसां, वो साडियां टेकां वो झूठियां ने, क्योंकि देण वाला तो महाराज कहते इको परमात्मा ही। जे हुण असीं परमात्मा ते टेक रखी होएगी, जे असीं उहदे ते आस रखी होएगी तो सानू निराश नहीं होना पएगा। जे असीं होरां ते आसां रखियां फिर साडे मन नूं निराशा मिलेगी। महाराज ताइयों फरमाउंदे कबीर आसा कीजे एक की आवरे आस निराश। बई जे तुसीं आस करनी तो एक परमात्मा की कर, दूजियां आसां होरां ते आसां झूठियां ने, सानू निराश होना पैंदा। जे मालक दे रखांगे टेक तो वह फिर सुखां दा दाता है। जदों असीं उहनूं सिमरांगे तो असीं सुखी हो जाएंगे। उहने साडी इज्जत पत भी रखनी। ताइयों महाराज फरमाउंदे हर सिमर सिमर आनंद कर नानक पूरन पैज रखाई। बई मालक ने साडी पूरन तौर पर पैज रख। जदों असीं सिमरन करांगे तो सिमरन करके आत्मक आनंद माणांगे, साडा मन है जिहड़ा सुखी हो जाएगा। सो तां करके कहंदे भी सुखां दा दाता इको ही है। मानो कहंदे भी उहनूं सदा धिया, उहदा सदा सिमरन करदा रहे, सदा उहदी याद दे विच रहे। बई होर चाहे सानू सारियां गल्लां भुल जाण, सारियां विसर जाण, पर एक मालक ना सानू भुले, उहदी याद ना भुले। महाराज फरमाउंदे सभे गल्लां विसरन एको विसर ना जाओ। बई एक सानू मालक ना विसरे, वो ना भुले, बाकी चाहे सारियां गल्लां भुल जाण, सब कुछ विसर जा। सानू परमात्मा दा सिमर ना भुले। जे सानू वो नहीं भुलेगा तो असीं दुखी नहीं होवांगे। दुखी असीं उदों ही हुंदे आ जदों सानू परमात्मा भुल जांदा। परमात्मा जदों भुलदा असीं दुखी नहीं हुंदे, फिर साडे मन नूं रोग लगदे। रोग भी ऐसे लगदे जिन्हां दा फिर इस संसार दे विच कोई इलाज नहीं हुंदा। महाराज फरमाउंदे कतक कर्म कमावणे दोष न काहू जोग, परमेश्वर ते भुलियां व्यापन सभे रोग। जदों असीं परमेश्वर नूं भुल गए तो साडा मन सी जिहड़ा रोगी हो गया। रोग फिर इनूं ऐसे लगदे, संसारी डॉक्टर संसार दे वैद्य दा कोई दारू नहीं ला सकते। हुण इनूं काहतों रोग लगदे, क्योंकि इत्थे आके अपने पति नूं परमेश्वर नूं खसम नूं विसार दिंदा है ते इधर रसां गसां दे विच पै जांदा, माया दे विच। महाराज फरमाउंदे खसम विसार कीए रस भोग, तां तन उठ खलोई रोग। मन अंधे को मिले सजाए, वैद न भोले दारू लाए। बई जदों मन इधर आके मालक नूं विसार दिंदा है, परमात्मा नूं भुल जांदा है, फिर इनूं रोग लगदे।
फिर ऐसे रोग लगते जिहदा संसार दे वैद कोई इलाज नहीं कर सकते। और ऐसे रोग मन नूं लगे हुए तन करके तो चाहे सारे रोगी नहीं, पर जिहड़े मन से वो मन सब दे रोगी हो गए। चाहे कोई बच्चा है, कोई जवान है, कोई विरध है, मन से जिहड़े सब दे रोगी। महाराज इसलिए फरमाउंदे जो जो दिसै सो सो रोगी, रोग रहत मेरा सतगुर जोगी। बई एक सतगुरु रोग तो रहत, बाकी सब दे मन से जिहड़े वो रोगी हो गए। हौड़े रोग जदों मन नूं लगदे फिर दुखी हुंदे, फिर दिन रात कल्पदा रहिंदा है, अशांत रहिंदा, फिर दुरमत की अगन दे विच सड़दा रहिंदा, जलदा रहिंदा ते कोड़ी हो जांदे ने, कुष्ठ रोग चल जांदा। नाम तो बिना जिन्ने भी मन सी कोड़ी हो गई। फिर जिमें आपां देखते हैं बई जिहड़े कोड़ी हो जाते उन्हां वास्ते एक वखरा अलग बनाया जाता, भी कोड़ी नूं इत्थे रखिया जावे। इसे तरह ही फिर जदों मन कोड़ी हो जाता इहदा वासा नरकां च हो जाता। महाराज फरमाउंदे बिन नामे मन तन है कोष्ठी, विच नरके वासा पाइंदा। बई ये मन का जिहड़ा वासा है नरकां च हो गया, ते नाम तो बिना इहनूं कुष्ठ रोग चल गया, कोड़ी हो गई। हुण कोड़ी मन दिन रात विलकदा, दुखी हुंदा जदों सानूं अनहद बाणी विसर जाती है। मालक की आवाज़, मालक का नाम असीं भुल जाते हैं। फिर ये हालत मन की होंदी। जै तन बाणी विसर जाए, ज्यों पक्का रोगी बिल लाए। बहुता बोलन झखन होए, बिन बोले जाने सब सोए। फिर रोगी होया होया बहुत बोलदा, फिर झाकी मारी जाता, दिन रात बोली जाता, बोली जाता। जिमें आपां देखते कोई जीव पक्का रोगी होवे कोड़ी, ते उन्हें बोली जाना, उन्हें बिलकदे ही रहना, उन्हें दुखी होई जाना। और उहिओ हालत है मन दी। जदों मन नूं ये रोग लग जाता फिर दिन रात बोली जाता, विचारां दे विच, फुरनियां दे विच। फिर इनूं ये भी नहीं पता भी मैं बोलना की। जिहड़ा मनमुख है वो आप महारी बोली जाता, किसी की निंदिया कर ली, किसी नूं माड़े बोल बोल दिते, फिक्के बोल बोले। दुरमत की अगन दे विच फिर वो तड़फदा ही रहिंदा, वो जलदा ही रहिंदा। ये रोगी मन की निशानी। जिहड़ा मन रोगी हो गया उन्हें कल्पना लग गई, उन्हें कल्पी जा। हुण सतगुरु कहंदे भी ये कल्पना जिहड़ी लगी हुई सानू दुरमत की अगन जिहड़ी साड़दी, इहदा संसार दे विच दुनियावी डॉक्टरां कोल कोई इलाज नहीं। इहदा इलाज करन वास्ते सतगुरु साडे अंदर ही बैठे सहज घर दे विच। जदों असीं उन्हां पास जावांगे, उन्हां दी शरण च जावांगे, फिर वो साडे मुख दे विच औखद दारू पाउणगे, ते फिर वो साडे ये रोग ने जिहड़े खत्म होण। महाराज ताइयों फरमाउंदे मेरा वैद गुरु गोबिंदा, हर हर नाम औखद मुख देवे, काटे जम की फंदा। भी वो गोबिंद साडे मुख दे विच औखद दारू पाउंदे, जिहदे नाल साडे मन दे रोग ठीक हुंदे ते साडे मन नूं सुख मिलदा, शांति आउंदी। साडा मन है जिहड़ा रोग रहत हो जांदा। ज्यों ज्यों असीं रोग रहत होवांगे त्यों त्यों असीं सुखी हुंदे जावांगे। जिन्ने असीं रोगी हाँ ते उन्ना ही साडा मन दुखी हुंदा, उन्ना ही अशांत हुंदा।
ਸੋ ਤਾਈਓ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਰੋਗੀ ਨਾ ਰਹੋ। ਤੁਸੀਂ ਹੁਣ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਾ ਕੇ ਤੁਸੀਂ ਉਹ ਦਾਰੂ ਲਓ, ਔਖਦ ਲਓ, ਜਿਹਦੇ ਨਾਲ ਸਾਡਾ ਮਨ ਰੋਗ ਰਹਿਤ ਹੋ ਜਾਏ। ਹੁਣ ਜੇ ਅਸੀਂ ਇਹ ਔਖਦ ਦਾਰੂ ਲੈਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਵਾਸਤੇ ਅਸੀਂ ਉਦਮ ਕਰਾਂਗੇ, ਅਤੇ ਸਤਿਗੁਰ ਤਾਂ ਬੈਠੇ ਹੀ ਅੰਦਰ ਦਾਰੂ ਦੇਣ ਵਾਸਤੇ। ਹੁਣ ਸਾਨੂੰ ਉਹਨਾਂ ਦੀ ਸ਼ਰਨ ਦੇ ਵਿੱਚ ਜਾਣਾ ਪੈਂਦਾ, ਅਤੇ ਸ਼ਰਨ ਦੇ ਵਿੱਚ ਜਾਣ ਵਾਸਤੇ ਸਿਮਰਨ ਕਰਨਾ ਪੈਂਦਾ। ਜਿਉਂ-ਜਿਉਂ ਸਿਮਰਨ ਕਰਾਂਗੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ, ਅਤੇ ਫਿਰ ਇਹ ਸ਼ਰਨ ਦੇ ਵਿੱਚ ਜਾਏਗਾ। ਜਦ ਤੱਕ ਇਹ ਵਿਚਾਰਾਂ 'ਚ ਉਹਨਾਂ ਸਮਾਂ ਇਹ ਵਿਚਾਰ ਹੀ ਸਾਨੂੰ ਸ਼ਰਨ 'ਚ ਜਾਣ ਨਹੀਂ ਦਿੰਦੇ। ਇਹ ਵਿਚਾਰਾਂ ਦੇ ਵਿੱਚ ਹੀ ਅਸੀਂ ਕਿਤੇ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ, ਰਜੋਗੁਣ ਦੇ ਵਿੱਚ ਚੱਲਦੇ, ਕਿਤੇ ਅਸੀਂ ਇਹ ਕਾਮ ਕ੍ਰੋਧ ਲੋਭ ਹੰਕਾਰ ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ ਦੁਬਦਾ, ਕਿਤੇ ਅਸੀਂ ਇਹ ਤਮੋ ਗੁਣ 'ਤੇ ਚੱਲਦੇ। ਇਹ ਕਿਤੇ ਸਾਡਾ ਮਨ ਰਜੋ ਗੁਣ 'ਤੇ, ਕਿਤੇ ਤਮੋ ਗੁਣ 'ਤੇ, ਇਸ ਤਰ੍ਹਾਂ ਚੱਲਦਾ ਰਹਿੰਦਾ। ਹੁਣ ਸਤਿਗੁਰੂ ਫਿਰ ਸਾਨੂੰ ਸਮਝਾਉਂਦੇ ਵੀ ਜੇ ਇਸੇ ਤਰ੍ਹਾਂ ਹੀ ਅਸੀਂ ਰਹੇ, ਸਾਡਾ ਮਨ ਰੋਗੀ ਹੀ ਰਿਹਾ, ਫਿਰ ਮਨਮੁਖ ਹੈ ਜਿਹੜਾ ਉਹ ਰੋਗੀ ਹੀ ਜੰਮਦਾ, ਅਤੇ ਰੋਗੀ ਹੀ ਉਹ ਸੰਸਾਰ ਦੇ ਵਿੱਚ ਸਾਰੀ ਉਮਰ ਲੰਘਾ ਦਿੰਦਾ, ਅਤੇ ਰੋਗੀ ਮਰ ਜਾਂਦਾ। ਉਹਦਾ ਜਿਹੜਾ ਰੋਗ, ਉਹ ਰੋਗ ਠੀਕ ਹੀ ਨਹੀਂ ਹੁੰਦਾ, ਕਿਉਂਕਿ ਉਹ ਸਤਿਗੁਰਾਂ ਦੀ ਸ਼ਰਨ 'ਚ ਆਉਂਦਾ ਨਹੀਂ, ਅਤੇ ਉਹ ਦਾਰੂ ਨਹੀਂ ਲੈਂਦਾ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਜਿਹੜੇ ਹਰੀ ਦੇ ਜਨ ਗੁਰਮੁਖ ਨੇ ਉਹ ਰੋਗ ਰਹਿਤ ਹੋ ਜਾਂਦੇ। ਮੇਰੇ ਰਾਮ ਹਰ ਜਨ ਅਰੋਗ ਭਏ, ਵੀ ਜਿਹੜੇ ਹਰੀ ਦੇ ਜਨ ਉਹ ਰੋਗ ਰਹਿਤ ਹੋ ਗਏ, ਉਹ ਅਰੋਗ ਹੋ ਗਏ, ਉਹਨਾਂ ਨੂੰ ਕੋਈ ਰੋਗ ਨਹੀਂ। ਉਹਨਾਂ ਦੇ ਮਨ ਨੂੰ, ਕਿਉਂਕਿ ਸਾਰੀ ਕਹਾਣੀ ਮਨ ਦੀ ਚੱਲਦੀ, ਇਹ ਨਹੀਂ ਵੀ ਉਹਨਾਂ ਦੇ ਤਨ ਨੂੰ ਕੋਈ ਰੋਗ ਨਹੀਂ। ਸਰੀਰ ਕਰਕੇ ਤਾਂ ਗੁਰਮੁਖਾਂ ਦੇ ਸਰੀਰ ਨੂੰ ਵੀ ਰੋਗ ਲੱਗ ਜਾਂਦੇ। ਆਵਾ ਦੇਖਦੇ ਮਹਾਂਪੁਰਖ, ਉਹਨਾਂ ਦੇ ਸਰੀਰਾਂ ਨੂੰ ਵੀ ਰੋਗ ਲੱਗ ਜਾਂਦੇ। ਗੁਰੂ ਸਾਹਿਬਾਨ ਭਗਤ ਜਨ ਆਏ, ਉਹਨਾਂ ਨੂੰ ਵੀ ਸਰੀਰਾਂ ਦੇ ਵਿੱਚ ਕਸ਼ਟ ਆਏ। ਹੁਣ ਆਪਾਂ ਨੂੰ ਸਮਝਾਉਂਦੇ ਵੀ ਸਾਰੀ ਕਹਾਣੀ ਜਿਹੜੀ ਮਨ ਦੀ, ਵੀ ਸਾਡਾ ਮਨ ਕਿਵੇਂ ਰੋਗ ਰਹਿਤ ਹੋਵੇ, ਮਨ ਕਿਵੇਂ ਜੀਵਨ ਮੁਕਤ ਹੋਵੇ, ਕਿਵੇਂ ਸਦਾ ਵਾਸਤੇ ਅਮਰ ਹੋਵੇ। ਕਿਉਂਕਿ ਮਨ ਨੂੰ ਜਿਹੜਾ ਰੋਗ ਲੱਗਿਆ ਸਭ ਤੋਂ ਵੱਡਾ ਜਨਮ ਮਰਨ ਦਾ, ਜਿਹੜਾ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ, ਵਾਰ-ਵਾਰ ਅਸੀਂ ਜੰਮਦੇ ਮਰਦੇ। ਹੁਣ ਇਹ ਰੋਗ ਦਾ ਅਸੀਂ ਦਾਰੂ ਲੈਣਾ। ਜਿਵੇਂ ਮਹਾਰਾਜ ਕਹਿੰਦੇ ਵੀ ਸੁੱਖ ਵਾਸਤੇ ਤਾਂ ਜੀਵ ਬਹੁਤ ਕੁਛ ਸਾਧਨ ਅਪਣਾਉਂਦਾ ਹੈ, ਪਰ ਇਹ ਜਿਹੜੇ ਮਨ ਦੇ ਦੁੱਖ ਨੇ, ਇਹ ਦੁੱਖਾਂ ਵਾਸਤੇ ਕੋਈ ਸਾਧਨ ਅਪਣਾਉਂਦਾ ਹੀ ਨਹੀਂ। ਇਹਦੇ ਵਾਸਤੇ ਬੜੇ ਯਤਨ ਕਰਦਾ ਹੈ, ਸੰਸਾਰ ਦੇ ਸੁੱਖਾਂ ਵਾਸਤੇ, ਪਰ ਜਿਹੜਾ ਮਨ ਨੂੰ ਦੁੱਖ, ਉਹ ਦੁੱਖ ਵਾਸਤੇ ਕੋਈ ਯਤਨ ਹੀ ਨਹੀਂ ਕਰਦਾ ਵੀ ਇਹਨੂੰ ਸੁਖੀ ਕਿਵੇਂ ਕਰਨਾ। ਮਹਾਰਾਜ ਤਾਈਓ ਫਰਮਾਉਂਦੇ ਯਤਨ ਬਹੁਤ ਸੁੱਖ ਕੀਜੀਏ, ਦੁੱਖ ਕੋ ਕੀਓ ਨਾ ਕੋਈ। ਵੀ ਸੁੱਖ ਵਾਸਤੇ ਤਾਂ ਬੜੇ ਯਤਨ ਕੀਤੇ, ਪਰ ਦੁੱਖ ਵਾਸਤੇ ਜਿਹੜਾ ਮਨ ਦਾ ਸੀ, ਉਹਦੇ ਵਾਸਤੇ ਕੋਈ ਯਤਨ ਹੀ ਨਾ ਕੀਤਾ ਵੀ ਮਨ ਦਾ ਦੁੱਖ ਕਿਵੇਂ ਘਟੇ, ਮਨ ਕਿਵੇਂ ਸੁਖੀ ਹੋਵੇ। ਫਿਰ ਇਸ ਲਈ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਮਾਲਕ ਨੂੰ ਸਿਮਰੀਏ, ਕਹੋ ਨਾਨਕ ਹਰਿ ਸਿਮਰ ਮਿਨ ਅੰਤ ਸਹਾਈ ਹੋਏ। ਵੀ ਜੇ ਅਸੀਂ ਮਾਲਕ ਦਾ ਸਿਮਰਨ ਕਰਾਂਗੇ, ਉਹ ਅੰਤ ਸਮੇਂ ਸਾਡੇ ਨਾਲ ਸਹਾਈ ਹੋਏ। ਜੇ ਅਸੀਂ ਉਹਦਾ ਸਿਮਰਨ ਕਰਾਂਗੇ ਤੇ ਸਾਡੇ ਰੋਗ ਕੱਟੇ ਜਾਣਗੇ, ਸਾਡਾ ਮਨ ਰੋਗ ਰਹਿਤ ਹੋ ਜਾਏ। ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਹੁਣ ਤੂੰ ਉਹਨੂੰ ਸਿਮਰ, ਉਹਦੇ ਨਾਲ ਲੱਗ ਜਿਹਤੋਂ ਤੂੰ ਵਿਛੜੇ।
महाराज ताइयों फिर सानू समझाउंदे भी जे असीं हुण दिन रात मालक दा सिमरन करांगे, दिन रात उहनूं आराधांगे, फिर कदे तां ओह साडी पुकार सुणेगा। महाराज ताइयों फरमाउंदे कबीर केसो केसो कुकीए, ना सोइए आसार, रात दिवस के कूकने कबू के सुने पुकार। भी जदों असी दिन रात मालक नूं आवाज़ां मारांगे, दिन रात असी कूकांगे, दिन रात असी सिमरन करांगे, वो साडी पुकार सुने। हुण जदों साडी पुकार सुनेगा तो सानूं पुछेगा भी दसो की गल। फिर असी कह सकते हैं भी साडे आ दुख ने, साडे दुख कट दे। हुण इसे तरह ही भगतां ने जदों फिर वो सिमरन करके वो शरण दे विच चले गए, मालक वो दर ते चले गए जिथे मालक बैठ के सारी सृष्टि की पालना पोषणा करते। जिस दर बारों सानू रोज़ समझाउंदे, सो दर तेरा केहा सो घर केहा, जित वे सर्व संभाले, बाजे नाद अनेक संखां केते बावन हारी। जदों गुरमुख दर दे उत्ते गए तो मालक ने फिर दर तो उन्होंने पूछे, जिवें भगत नामदेव जी जदों गए तो मालक ने उन्होंने तो पूछे भी तू कौन है। वो कहते जिवें मैं नामा। महाराज पुछदे भी की करना है। वो कहते भी असी तां आए आ, जमा की फाही साडे गलों च पई, आ साडा मन जिहड़ा रोगी होया बैठा, इहदे रोग कट दे। महाराज फरमाउंदे तू कौन रही। फिर वो कहते मैं जी नामा। महाराज कहते हो जी भी की करना है। वो कहते आला ते निवारना जम कारण, भी आ असी तां आए आ, जमा ने साडे फाही पाई हुई, साडा मन रोगी होया बैठ, तुसीं ये साडे रोग कट दे। ते जदों असी जावांगे शरण च ते सतगुरू रोग कट देंदे। वो फिर सानू औखद दिंदे दारू नाम। महाराज कहते हर का नाम औखद है दारू वे लायो, भी परमात्मा का नाम है औखद है दारू, ये मन के उत्ते लायो। जदों असी ये दारू लावांगे फिर साडे मन के सारे रोग मिट जाणगे, खत्म हो जाणगे। साडा मन है जिहड़ा सदा सुखी हो जाएगा। फिर वो अपने मुख दे विच जदों असी घर जांदे सानू दारू देंदे, साडे मुख दे विच अमृत पाउंदे। जदों अमृत पाउंदे सानू मरिया नूं सदा जिउंदे करके सदा वास्ते अमर कर देंदे। महाराज फरमाउंदे हर अमृत रस पाया, मोया जिवाया फिर बौड़ मरण ना हुई। भी फिर साडा दोबारा मरण नहीं हुंदा। ये साडा जिहड़ा जन्म मरण का रोग ये सदा लई कट्टिया जांदा, खत्म हो जांदा। सदा वास्ते सानू अमर कर देंदे, साडे मुख च अमृत पा के। ताइयों महाराज फरमाउंदे अमृत पीवे अमर सो होवे, भी जिहड़े गुरमुख अमृत पींदे वो सदा लई अमर हो जाते। अमृत अमर कर देने वाली दात। जदों असी सतगुरां दी शरण दे विच जांदे वो फिर साडे मुख दे विच अमृत पाउंदे। ताइयों गुरमुख कहंदे भी अमृत सानू दिता सतगुर ने, असी होर किसी दूजे तीजे नूं नहीं जानते, सिर्फ एक नूं मालक नूं ही जानते, सतगुरू। महाराज फरमाउंदे अमृत पिया सतगुर दिया, अवर न जाना दूआ तीया। बई मैं होर किसी दूजे तीजे नूं नहीं जानदा, सिर्फ एको सतगुर नूं जानदा जिन्हें अमृत दिता ते वो असी पीता।
ਜਦੋਂ ਅੰਮ੍ਰਿਤ ਸਾਡੇ ਮਨ ਨੂੰ ਮਿਲਦਾ ਉਹ ਸਾਡੇ ਮਨ ਦਾ ਭੋਜਨ ਹੈ, ਸਾਡੇ ਮਨ ਦੀ ਖੁਰਾਕ। ਜਦੋਂ ਇਹਨੂੰ ਭੋਜਨ ਮਿਲੇਗਾ, ਖੁਰਾਕ ਮਿਲੇਗੀ, ਫਿਰ ਇਹਦੇ ਵਿੱਚ ਇੰਨਾ ਆਤਮ ਬਲ ਆ ਜਾਂਦਾ, ਫਿਰ ਇੰਨੀ ਇਹਦੇ ਵਿੱਚ ਸ਼ਕਤੀ ਆ ਜਾਂਦੀ, ਇੰਨਾ ਇਹਦੇ ਵਿੱਚ ਜਰਨ ਸ਼ਕਤੀ ਆ ਜਾਂਦੀ, ਸਬਰ ਸੰਤੋਖ ਆ ਜਾਂਦਾ, ਫਿਰ ਇਹਦੀ ਤ੍ਰਿਪਤੀ ਹੋ ਜਾਂਦੀ, ਫਿਰ ਇਹ ਰੱਜ ਜਾਂਦਾ। ਸੋ ਫਿਰ ਇਹਨੂੰ ਕਿਸੇ ਕਿਸਮ ਦੀ ਕੋਈ ਕਲਪਨਾ ਨਹੀਂ ਰਹਿੰਦੀ, ਕਿਸੇ ਆਸ਼ਾ ਬਲਾਸ਼ਾ ਤ੍ਰਿਸ਼ਨਾਵਾਂ 'ਚ ਨਹੀਂ ਜਾਂਦਾ, ਸੈਂਸੇ ਫਿਕਰਾਂ 'ਚ ਨਹੀਂ ਜਾਂਦਾ, ਦੁਬਦਾ 'ਚ ਨਹੀਂ ਜਾਂਦਾ। ਇਹ ਸਾਰਾ ਕੁਛ ਉਦੋਂ ਹੀ ਮਨ ਕਰਦਾ ਜਦੋਂ ਇਹ ਕਮਜ਼ੋਰ ਹੋਇਆ ਹੁੰਦਾ, ਜਦੋਂ ਇਹਨੂੰ ਇਹਦੀ ਖੁਰਾਕ ਨਹੀਂ ਮਿਲਦੀ। ਜਦੋਂ ਖੁਰਾਕ ਨਹੀਂ ਮਿਲੇਗੀ ਫਿਰ ਇਹ ਲਿੱਸਾ ਹੋ ਜਾਏਗਾ, ਫਿਰ ਇਹ ਕਮਜ਼ੋਰ ਹੋ ਜਾਏਗਾ, ਫਿਰ ਇਹ ਨਿੱਕੀ ਨਿੱਕੀ ਗੱਲ 'ਤੇ ਫਿਰ ਇਹ ਵਹਿਮ ਕਰਦਾ, ਫਿਰ ਇਹ ਭਰਮ ਕਰਦਾ ਜਦੋਂ ਇਹ ਕਮਜ਼ੋਰ ਹੋਇਆ ਹੁੰਦਾ। ਫਿਰ ਇਸ ਲਈ ਮਹਾਰਾਜ ਸਮਝਾਉਂਦੇ ਬਈ ਹੁਣ ਅਸੀਂ ਮਨ ਦੀ ਜਿਹੜੀ ਖੁਰਾਕ ਹੈ ਉਹ ਮਨ ਨੂੰ ਦੇਣੀ, ਅਤੇ ਉਹਨੂੰ ਦੇਣ ਵਾਸਤੇ ਫਿਰ ਸਾਨੂੰ ਸਤਿਗੁਰਾਂ ਦੀ ਸ਼ਰਨ 'ਚ ਜਾਣਾ ਪੈਣਾ। ਅਤੇ ਸ਼ਰਨ ਵਿੱਚ ਜਾਣ ਵਾਸਤੇ ਹੁਣ ਹੀ ਆਪਾਂ ਨੂੰ ਸਿਮਰਨ ਅਭਿਆਸ ਕਰਨਾ ਪੈਣਾ। ਜਿਉਂ-ਜਿਉਂ ਹੁਣ ਆਪਾਂ ਹੀ ਸਿਮਰਨ ਕਰਾਂਗੇ ਤਿਉਂ-ਤਿਉਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ, ਅਤੇ ਫਿਰ ਅਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠਾਂਗੇ ਜਾ ਕੇ। ਜਦੋਂ ਅਸੀਂ ਸ਼ਰਨ 'ਚ ਚਲੇ ਗਏ ਫਿਰ ਸਾਨੂੰ ਸਾਡੇ ਮਨ ਦੀ ਜਿਹੜੀ ਖੁਰਾਕ ਫਿਰ ਉਹ ਸਤਿਗੁਰੂ ਦੇਣਗੇ। ਆਓ ਹੁਣ ਕਿਵੇਂ ਅਸੀਂ ਸ਼ਰਨ 'ਚ ਜਾਣਾ, ਉਹਦੇ ਵਾਸਤੇ ਸਤਿਗੁਰੂ ਜੋ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Guru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਵੀ ਆਪਾਂ ਸਿਮਰਨ ਕਰਦੇ ਇਹਦੇ ਨਾਲ ਫਿਰ ਆਪਣਾ ਮਨ ਜਦੋਂ ਵਿਚਾਰਾਂ ਤੋਂ ਰਹਿਤ ਹੁੰਦਾ, ਫਿਰ ਅਸੀਂ ਮਾਲਕ ਦੀ ਸ਼ਰਨ ਦੇ ਵਿੱਚ ਜਾਂਦੇ, ਫਿਰ ਹੀ ਸਾਡਾ ਮਨ ਸ਼ਰਨ ਦੇ ਵਿੱਚ ਬਹਿੰਦਾ। ਜਦੋਂ ਹੁਣ ਅਸੀਂ ਅਭਿਆਸ ਕਰਕੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਾਂਗੇ, ਫਿਰ ਤਾਂ ਸਾਡੇ ਅੰਦਰ ਨਾਮ ਨੇ ਵੀ ਪ੍ਰਗਟ ਹੋਣਾ, ਜੋ ਅਨਹਦ ਸ਼ਬਦ ਗੁਰੂ, ਫਿਰ ਸੱਚ ਨੇ ਵੀ ਪ੍ਰਗਟ ਹੋਣਾ, ਪ੍ਰਕਾਸ਼। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਵਾਂਗੇ, ਜਦ ਤੱਕ ਹੁਣ ਸਾਡਾ ਮਨ ਵਿਚਾਰਾਂ 'ਚ ਵਿਚਾਰੀ ਭਰਮ ਨੇ, ਨਾਮ ਤੇ ਸੱਚ ਤੇ ਸਾਡੇ ਅੰਦਰ ਹੈਗਾ ਹੀ ਹੈ, ਸਿਰਫ ਵਿਚਾਰਾਂ ਦਾ ਪਰਦਾ ਹੋਣ ਕਰਕੇ, ਭਰਮ ਦੇ ਵਿੱਚ ਹੋਣ ਕਰਕੇ ਸਾਨੂੰ ਭੇਦ ਨਹੀਂ ਆ ਰਿਹਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਨਾਮ ਤਾਂ ਜਿੰਨਾ ਸਮਾਂ ਆਪਣੇ ਸਵਾਸ ਚੱਲਦੇ ਸਾਡੇ ਅੰਦਰ ਚੱਲਦਾ ਹੀ ਰਹਿਣਾ ਹੈ, ਅਨਹਦ ਵਾਜੇ ਅਨਹਦ ਧੁਨਾਂ ਆਪਣੇ ਅੰਦਰ ਵੱਜਦੀਆਂ ਹੀ ਰਹਿਣਾ। ਹੁਣ ਉਹ ਸੁਣਦਾ ਤਾਂਹੀਓ ਨਹੀਂ ਕਿਉਂਕਿ ਸਾਡਾ ਮਨ ਭਰਮ ਦੇ ਵਿੱਚ ਵਿਚਾਰਾਂ 'ਚ ਹੋਣ ਕਰਕੇ ਵਿਚਾਰਾਂ 'ਚ ਸਾਨੂੰ ਸੁਣਾਈ ਨਹੀਂ ਦਿੰਦਾ। ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋ ਜਾਏਗਾ, ਫਿਰ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਾਂਗੇ। ਅਤੇ ਸੁਣਨਾ ਕਿਵੇਂ? ਸਾਨੂੰ ਰੋਜ਼ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਸੁਣਿਆ ਲਾਗੇ ਸਹਿਜ ਧਿਆਨ, ਵੀ ਸਹਿਜ ਦੇ ਵਿੱਚ ਜਾ ਕੇ ਧਿਆਨ ਦੇ ਨਾਲ ਸੁਣੋ। ਜਦੋਂ ਅਸੀਂ ਸੁਣਾਂਗੇ, ਫਿਰ ਸਾਨੂੰ ਸੁਣਨ ਦੇ ਲਾਭ ਦੱਸੇ।
ਜਦੋਂ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਾਂਗੇ, ਸਾਡੇ ਮਨ ਦੇ ਜਿਹੜੇ ਦੁੱਖ ਪਾਪ ਨੇ ਉਹ ਸਾਰੇ ਖਤਮ ਹੋ ਜਾਣ। ਜਿਹੜਾ ਇਹਨੂੰ ਰੋਗ ਲੱਗਿਆ ਜਨਮ ਮਰਨ ਦਾ, ਇਹਦਾ ਰੋਗ ਕੱਟਿਆ ਜਾਏਗਾ। ਇਉਂ ਮਹਾਰਾਜ ਫਰਮਾਉਂਦੇ, ਸੁਣਿਆ ਦੁੱਖ ਪਾਪ ਕਾ ਨਾਸ। ਵੀ ਜਦੋਂ ਅਸੀਂ ਸੁਣਾਂਗੇ ਦੁੱਖਾਂ ਪਾਪਾਂ ਦਾ ਨਾਸ ਹੋ ਜੇ। ਜਦੋਂ ਅਸੀਂ ਸੁਣਾਂਗੇ ਸਾਡੀਆਂ ਚਿੰਤਾਵਾਂ, ਸਾਡੇ ਫਿਕਰ, ਸਾਡੇ ਸਹਿੰਸੇ ਸਭ ਖਤਮ ਹੋ ਜਾਣ। ਸੁਣ ਸੁਣ ਕੇ ਫਿਰ ਸਾਡੇ ਮਨ ਨੇ ਆਨੰਦ ਅਵਸਥਾ ਦੇ ਵਿੱਚ ਆ ਜਾ। ਮਹਾਰਾਜ ਦਾਈਓ ਫਰਮਾਉਂਦੇ, ਨਾਮ ਨਿਰੰਜਨ ਨਿਰਮਲਾ ਸੁਣੇ ਸੁਖ ਹੋਈ। ਸੁਣ ਸੁਣ ਮਨ ਵਸਾਈਏ ਬੂਝੇ ਜਨ ਕੋਈ। ਵੀ ਨਾਮ ਹੈ ਜਿਹੜਾ ਨਿਰੰਜਨ ਮਾਇਆ ਤੋਂ ਰਹਿਤ। ਜਦੋਂ ਅਸੀਂ ਸੁਣਾਂਗੇ ਸਾਡੇ ਮਨ ਨੂੰ ਸੁੱਖ ਦੀ ਪ੍ਰਾਪਤੀ ਹੋਏਗੀ। ਫਿਰ ਉਹ ਨਾਮ ਨੂੰ ਸੁਣ ਸੁਣ ਕੇ ਅਸੀਂ ਮਨ ਦੇ ਵਿੱਚ ਵਸਾਉਣਾ ਹੁੰਦਾ, ਹਿਰਦੇ 'ਚ ਵਸਾਉਣਾ ਹੁੰਦਾ। ਜਦੋਂ ਸਾਡੇ ਹਿਰਦੇ 'ਚ ਵਸ ਜੇਗਾ, ਅਸੀਂ ਨਾਮ 'ਚ ਸਮਾ ਜਾਵਾਂਗੇ, ਸਾਡਾ ਜਨਮ ਮਰਨ ਜਿਹੜਾ ਉਹ ਖੰਡਨ ਹੋ ਜਾਂਦਾ ਅਤੇ ਸਦਾ ਵਾਸਤੇ ਆਪਾਂ ਨੂੰ ਅਮਰ ਪਦ ਵੀ ਮਿਲ ਜਾਂਦੀ। ਜਿਹੜੇ ਗੁਰਮੁਖ ਫਿਰ ਨਾਮ 'ਚ ਸਮਾ ਗਏ, ਉਹਨਾਂ ਦੀ ਸੋਭਾ ਮਾਲਕ ਹੋਰਾਂ ਵੀ ਖੰਡਾਂ ਬ੍ਰਹਿਮੰਡਾਂ 'ਤੇ ਕਰਾ ਦਿੰਦਾ। ਮਹਾਰਾਜ ਤਾਈਓ ਸਾਨੂੰ ਰੋਜ਼ ਫਰਮਾਉਂਦੇ, ਹਰ ਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਵੀ ਜਿਨ੍ਹਾਂ ਨੇ ਉਹ ਅਵਨਾਸੀ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰ ਲਿਆ, ਉਹਨਾਂ ਦੀ ਸੋਭਾ, ਉਹਨਾਂ ਦੀ ਮਹਿਮਾ ਹੋਰਾਂ ਖੰਡਾਂ ਬ੍ਰਹਿਮੰਡਾਂ 'ਤੇ ਵੀ ਮਾਲਕ ਕਰਾਉਂਦਾ। ਵੀ ਇਹ ਮੇਰਾ ਬੱਚਾ ਹੈ, ਇਹ ਨਾਮ ਦੇ ਵਿੱਚ ਸਮਾ ਚੁੱਕੇ ਅਤੇ ਸਦਾ ਵਾਸਤੇ ਅਮਰ ਹੋ ਗਿਆ। ਇਹ ਸਦਾ ਵਾਸਤੇ ਜਨਮ ਮਰਨ ਸੀ ਜਿਹੜਾ ਦਾ ਖੰਡਨ ਹੋ ਗਿਆ। ਸੋ ਉਹਨਾਂ ਗੁਰਮੁਖਾਂ ਦੀ ਫਿਰ ਸੋਭਾ ਮਾਲਕ ਦੇ ਘਰ ਦੇ ਵਿੱਚ, ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ, ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਉਹਨਾਂ ਦਾ ਆਖਿਆ ਹੋਇਆ ਦਰਗਾਹ ਦੇ ਵਿੱਚ ਚੱਲਦਾ। ਉਹਨਾਂ ਨੂੰ ਦਰਗਾਹ ਦੇ ਵਿੱਚ ਕੋਈ ਰੋਕ ਟੋਕ ਨਹੀਂ। ਉਹ ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਜਾਣ, ਉਹਨਾਂ ਦਾ ਪੰਥ ਸਦਾ ਖੁੱਲ੍ਹਾ। ਮਹਾਰਾਜ ਫਰਮਾਉਂਦੇ, ਗੁਰਮੁਖ ਦਰਗਾਹ ਮੰਨੀਏ, ਹਰ ਆਪ ਲਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਗੁਰਮੁਖਾਂ ਦਾ ਪੰਥ ਸਦਾ ਖੁੱਲ੍ਹਾ, ਸਦਾ ਰਸਤੇ ਖੁੱਲ੍ਹੇ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ। ਜਦੋਂ ਮਰਜ਼ੀ ਇਸ ਲੋਕ 'ਚ ਆਉਣ, ਜਦੋਂ ਮਰਜ਼ੀ ਪਰਲੋਕ 'ਚ ਜਾਣ, ਜਦੋਂ ਮਰਜ਼ੀ ਦਰਗਾਹ 'ਚ ਜਾਣ। ਉਹਨਾਂ ਦਾ ਜਨਮ ਮਰਨ ਜਿਹੜਾ ਉਹ ਖੰਡਨ ਹੋ ਗਿਆ ਅਤੇ ਉਹਨਾਂ ਵਾਸਤੇ ਇੱਕ ਖੇਲ ਹੈ, ਆਉਣਾ ਜਾਣਾ। ਉਹਨਾਂ ਨੇ ਖੇਲ ਬਣਾ ਲਈ, ਆਵਣ ਜਾਣ ਇੱਕ ਖੇਲ ਬਣਾਏ। ਆਗਿਆਕਾਰੀ ਕੀਨੀ ਮਾਇਆ। ਫਿਰ ਇਹ ਮਾਇਆ ਵੀ ਉਹਨਾਂ ਦੀ ਆਗਿਆ 'ਚ ਚੱਲਦੀ। ਇਹ ਪੰਜ ਦੂਤ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਫਿਰ ਇਹ ਵੀ ਉਹਨਾਂ ਨੂੰ ਸਲਾਮ ਕਰਦੇ ਜਿਹੜੇ ਪਰਮਾਤਮਾ ਦੇ ਭਗਤ ਨੇ। ਮਾਰੇ ਕਹਿੰਦੇ, ਇੱਧਰ ਤਾਂ ਸਾਰੀ ਸ੍ਰਿਸ਼ਟੀ 'ਤੇ ਰਾਜ ਕਰਦੇ, ਜੀਵਾਂ ਨੂੰ ਦੁਬਿਧਾ 'ਚ ਪਾ ਕੇ, ਭਰਮ 'ਚ ਪਾ ਕੇ ਉਹਨਾਂ ਨੂੰ ਆਪਦੇ ਗੁਲਾਮ ਬਣਾ ਲੈਂਦੇ। ਆਪਦੇ ਗੁਲਾਮ ਬਣਾ ਕੇ ਫਿਰ ਉਹਨਾਂ ਤੋਂ ਗੁਲਾਮੀ ਕਰਾਉਂਦੇ ਆਪਣੀ। ਜਿਹੜੇ ਪਰਮਾਤਮਾ ਦੇ ਭਗਤ, ਉਹਨਾਂ ਨੂੰ ਫਿਰ ਇਹ ਸਲਾਮ ਕਰਦੇ, ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜ੍ਹ ਜਾਂਦੇ। ਮਹਾਰਾਜ ਫਰਮਾਉਂਦੇ, ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਜਗਤ ਵਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਵੀ ਜਿਹੜੇ ਮਾਲਕ ਦੇ ਭਗਤ, ਉਹਨਾਂ ਨੂੰ ਸਲਾਮ ਕਰਦੇ, ਬਾਕੀਆਂ ਤੋਂ ਆਪਦਾ ਜਿਹੜਾ ਵੰਗਾਰ ਕਰਾਉਂਦੇ, ਆਪਣੀ ਗੁਲਾਮੀ ਕਰਾਉਂਦੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ,
ਜੇ ਅਸੀਂ ਉਹਦੀ ਸ਼ਰਨ 'ਚ ਚਲੇ ਜਾਵਾਂਗੇ ਤੇ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਵਾਂਗੇ, ਸਦਾ ਲਈ ਸਾਨੂੰ ਅਮਰ ਪਦਵੀ ਮਿਲ ਜਾਏਗੀ, ਸਾਡੀ ਮਾਲਕ ਇੱਜ਼ਤ ਪੱਤ ਰੱਖ ਲੇਗਾ। ਤਾਂ ਫਿਰ ਸਾਨੂੰ ਸਮਝਾਉਂਦੇ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵੀ ਤੂੰ ਸਿਮਰਨ ਕਰ ਕਰਕੇ ਆਨੰਦ ਲੈ, ਸੁੱਖ ਲੈ। ਇਹ ਮਾਲਕ ਨੇ ਸਾਡੀ ਪੂਰਨ ਤੌਰ 'ਤੇ ਇੱਜ਼ਤ ਪੱਤ ਜਿਹੜੀ ਉਹ ਰੱਖ ਲੈਣੀ ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ, ਉਹਨੂੰ ਧਿਆਵਾਂਗੇ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ ਆਪਾਂ ਅਭਿਆਸ ਕੀਤੀ ਜਾਣ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਨਾ ਸਹਿਜ ਦੇ ਨਾਲ ਵਿਚਾਰ ਕੇ ਖੋਜ ਕੇ, ਤਾਂ ਕਿ ਸਾਡਾ ਮਨ ਇੱਧਰ ਉੱਧਰ ਨਾ ਭੱਜੇ, ਹੋਰ ਪਾਸੇ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਖੋਜਾਂਗੇ, ਵਿਚਾਰਾਂਗੇ, ਸਾਡਾ ਮਨ ਧੋਤਾ ਜਾਏਗਾ। ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ। ਮਾਰੇ ਫਰਮਾਉਂਦੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਅੰਮ੍ਰਿਤਮਈ ਬਾਣੀ ਸਾਡੇ ਮਨ ਨੂੰ ਧੋ ਦੇਣਗੇ, ਸਾਡੇ ਮਨ ਨੂੰ ਸ਼ੁੱਧ ਕਰ ਦੇਣਗੇ। ਪਰ ਧੋਤਾ ਤਾਂ ਹੀ ਜਾਏਗਾ ਜੇ ਵਿਚਾਰੇਗਾ, ਜੇ ਟਿਕਾਓ ਵਿੱਚ ਆਏਗਾ ਫਿਰ ਧੋਤਾ ਜਾਏਗਾ। ਜੇ ਵਿਚਾਰਾਂ 'ਚ ਹੀ ਭੱਜਾ ਫਿਰਿਆ ਫਿਰ ਨਹੀਂ ਧੋਤਾ ਜਾਣਾ, ਕਿਉਂਕਿ ਜਿਹਨੂੰ ਧੋਣਾ ਸੀ ਉਹ ਤਾਂ ਬਾਹਰ ਭੱਜ ਗਏ। ਜਿਵੇਂ ਬੱਚਾ ਹੁੰਦਾ, ਮਾਂ ਪਿਓ ਨੂੰ ਨਹਾਉਣ ਲੱਗਣ ਤੇ ਉਹ ਬਾਂਹ ਛਡਾ ਕੇ ਬਾਹਰ ਭੱਜ, ਉਹੀ ਪਾਣੀ ਡੋਲੀ ਚੱਲਣ। ਜਿਹਨੂੰ ਨਹਾਉਣਾ ਸੀ, ਜਿਹਦਾ ਇਸ਼ਨਾਨ ਕਰਾਉਣਾ ਸੀ, ਉਹ ਤਾਂ ਬਾਹਰ ਭੱਜ ਗਏ। ਹੁਣ ਜਿਹਨੂੰ ਅਸੀਂ ਗੁਰਬਾਣੀ ਸੁਣਾਉਣੀ ਹੈ, ਜਿਹਦੀ ਮੈਲ ਉਤਰਨੀ, ਉਹ ਤਾਂ ਬਾਹਰ ਭੱਜ ਗਿਆ। ਅਤੇ ਫਿਰ ਅਸੀਂ ਪੜ੍ਹ ਕੇ ਸੁਣਾਉਣਾ ਕਿਹਨੂੰ? ਜਿਹਨੂੰ ਸੁਣਾਉਣਾ ਸੀ ਉਹ ਤਾਂ ਬਾਹਰ ਭੱਜਿਆ ਫਿਰ। ਤਾਂ ਫਿਰ ਸਾਨੂੰ ਕਹਿੰਦੇ ਵੀ ਵਿਚਾਰੋ, ਸਹਿਜ ਦੇ ਨਾਲ ਵਿਚਾਰੋ ਤਾਂ ਕਿ ਮਨ ਬਾਹਰ ਨਾ ਭੱਜੇ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੁੰਦੀ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਭ ਹੈ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣਾ ਮਨ ਹੈ ਜਿਹੜਾ ਇਹਨੂੰ ਸੋਝੀ ਆ ਜੇ, ਇਹਦੇ ਹਿਰਦੇ 'ਚ ਗਿਆਨ ਵਸ ਜੇ, ਅਤੇ ਆਪਾਂ ਵੀ ਇਹ ਗਿਆਨ ਨੂੰ ਕਮਾ ਕੇ ਆਪਦੇ ਜੀਵਨ ਦਾ ਲਾਹਾ ਕੱਢ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।